गुड मॉर्निंग स्टूडेंट्स, प्यारे बच्चों। ਅੱਜ ਅਸੀਂ ਆਪਣਾ ਵੀਵਿੰਗ ਟੈਕਨੋਲੋਜੀ ਸਬਜੈਕਟ ਦਾ ਪਹਿਲਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਹੈ ਸਾਡਾ ਡੌਬੀ ਵੀਵਿੰਗ। ਪਹਿਲਾ ਹੈ ਡੌਬੀ ਸ਼ੈਡਿੰਗ। ਠੀਕ ਹੈ, ਸ਼ੈਡਿੰਗ ਕੀ ਹੁੰਦੀ ਹੈ? ਸ਼ੈਡਿੰਗ ਇਜ਼ ਦਾ ਡਿਵੀਜ਼ਨ ਆਫ ਵਾਰਪ ਥ੍ਰੈਡ ਇਨਟੂ ਟੂ ਲੇਅਰ। ਜਿਹੜੇ ਵਾਰਪ ਦੇ ਥ੍ਰੈਡ ਹੁੰਦੇ ਨੇ ਉਹਨੂੰ ਜਿਹੜੀ ਦੋ ਲੇਅਰ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ ਮਸ਼ੀਨ ਤੇ, ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ, ਉਸ ਨੂੰ ਅਸੀਂ ਕਹਿੰਦੇ ਹਾਂ ਸ਼ੈਡ। ਸੋ ਇਹ ਜਿਹੜੀ ਸ਼ੈਡਿੰਗ ਹੈ, ਸ਼ੈਡ ਅਸੀਂ ਵੇਰੀਅਸ ਟਾਈਪਸ ਆਫ ਮੈਕੈਨਿਜ਼ਮ ਦੇ ਨਾਲ ਮਸ਼ੀਨ ਤੇ ਫਾਰਮ ਕਰਦੇ ਹਾਂ। ਇਹਦੇ ਲਈ ਟੈਪਰ ਪਹਿਲੇ ਤਾਂ ਹੈਂਡਲੂਮ ਸ਼ੈਡਿੰਗ ਯੂਜ਼ ਹੁੰਦੀ ਹੈ। ਹੈਂਡਲੂਮ ਸ਼ੈਡਿੰਗ ਦੇ ਵਿੱਚ ਕੀ ਹੈ, ਅਸੀਂ ਸ਼ੈਡ ਫਾਰਮੇਸ਼ਨ ਕਰਦੇ ਹਾਂ ਵਿਦ ਦੀ ਹੈਲਪ ਆਫ ਹੈਂਡਲੂਮ। ਉਹ 'ਚ ਸਾਰਾ ਆਪਰੇਸ਼ਨ ਹੈਂਡਲੂਮ ਤੇ ਹੈਂਡ ਦੇ ਨਾਲ ਕੀਤਾ ਜਾਂਦਾ ਹੈ, ਇਸ ਕਰਕੇ ਉਸ ਨੂੰ ਹੈਂਡਲੂਮ ਕਿਹਾ ਜਾਂਦਾ ਹੈ। ਹੈਂਡਲੂਮ ਤੋਂ ਬਾਅਦ ਅਸੀਂ ਟੈਪਰ ਸ਼ੈਡਿੰਗ ਤੇ ਆਉਂਦੇ ਹਾਂ। ਜਿਹੜੀ ਟੈਪਰ ਸ਼ੈਡਿੰਗ ਹੈ, ਉਹ 'ਚ ਅਸੀਂ ਸ਼ੈਡ ਫਾਰਮੇਸ਼ਨ ਕਰਦੇ ਹਾਂ ਵਿਦ ਦੀ ਹੈਲਪ ਆਫ ਟੈਪਰ ਔਰ ਕੈਮ। ਇਹ ਜਿਹੜੀ ਟੈਪਰ ਸ਼ੈਡਿੰਗ ਹੈ, ਇਹ ਜਿਸ ਤਰ੍ਹਾਂ ਤੁਸੀਂ ਲਾਸਟ ਸਮੈਸਟਰ ਦੇ ਵਿੱਚ ਪੜ੍ਹਿਆ, ਇਹ ਸਿੰਪਲ ਡਿਜ਼ਾਈਨ ਬਣਾਉਣ ਲਈ ਯੂਜ਼ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਪਲੇਨ, ਟਵਿਲ, ਸਾਟਨ, ਸਟੀਨ। ਸਿੰਪਲ ਡਿਜ਼ਾਈਨ ਅਗਰ ਕੱਪੜੇ 'ਚ ਇਹਨਾਂ ਦਾ ਬਣਾਉਣੇ ਆ ਤਾਂ ਅਸੀਂ ਸਾਟਨ, ਸਟੀਨ ਵੀ ਅਸੀਂ ਇਹ ਵਾਲੀ ਟੈਪਰ ਸ਼ੈਡਿੰਗ ਯੂਜ਼ ਕਰਦੇ ਹਾਂ। ਤੇ ਇਹ ਜਿਹੜੀ ਟੈਪਰ ਸ਼ੈਡਿੰਗ ਹੈ, ਇਹ ਉੱਥੇ ਯੂਜ਼ ਕੀਤੀ ਜਾਂਦੀ ਹੈ ਜਿੱਥੇ ਅਸੀਂ ਕਿਸੇ ਡਿਜ਼ਾਈਨ ਨੂੰ ਕੱਪੜੇ ਤੇ ਬਣਾਉਣ ਲਈ ਸਾਨੂੰ ਮਿਨੀਮਮ 4 ਤੋਂ 10 ਸ਼ਾਫਟਾਂ ਦੀ ਲੋੜ ਪੈਂਦੀ ਹੈ, ਅਸੀਂ ਉੱਥੇ ਟੈਪਰ ਸ਼ੈਡਿੰਗ ਯੂਜ਼ ਕਰ ਲੈਂਦੇ ਹਾਂ। ਪਰ ਜਿੱਥੇ ਕਿਸੇ ਪਾਰਟਿਕੂਲਰ ਡਿਜ਼ਾਈਨ ਨੂੰ ਕੱਪੜੇ ਤੇ ਬਣਾਉਣ ਲਈ ਅਗਰ ਸਾਡੀ ਹੀਲ ਸ਼ਾਫਟਾਂ ਦੀ ਕਪੈਸਿਟੀ 10 ਤੋਂ ਵੱਧ ਜਾਂਦੀ ਹੈ ਤਾਂ ਉੱਥੇ ਫਰਦਰ ਅਸੀਂ ਡੌਬੀ ਸ਼ੈਡਿੰਗ ਯੂਜ਼ ਕਰਦੇ ਹਾਂ। ਤਾਂ ਡੌਬੀ ਇਜ਼ ਆਲਸੋ ਏ ਸ਼ੈਡਿੰਗ ਡਿਵਾਈਸ, ਇਹ ਵੀ ਇੱਕ ਸ਼ੈਡਿੰਗ ਡਿਵਾਈਸ ਹੈ। ਨੈਕਸਟ ਪੁਆਇੰਟ ਉਹ ਕਹਿ ਰਿਹਾ ਹੈ, ਇਟ ਪ੍ਰੋਡਿਊਸ ਫਿਗਰਸ ਬਾਈ ਯੂਜ਼ਿੰਗ ਲਾਰਜਰ ਨੰਬਰ ਆਫ ਹੀਲਡ ਦੈਨ ਦਾ ਟੈਪਰ। ਜਿਸ ਤਰ੍ਹਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਇਹ ਜਿਹੜੀ ਡੌਬੀ ਸ਼ੈਡਿੰਗ ਹੈ, ਕੱਪੜੇ 'ਚ ਫਿਗਰ ਕ੍ਰੀਏਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਬਾਈ ਯੂਜ਼ਿੰਗ ਲਾਰਜਰ ਨੰਬਰ ਆਫ ਹੀਲਡ ਦੈਨ ਦਾ ਟੈਪਰ। ਜਿੱਥੇ ਹੀਲ ਸ਼ਾਫਟਾਂ ਦੀ ਰੇਂਜ ਟੈਪਰ ਸ਼ੈਡਿੰਗ ਤੋਂ ਵੱਧ ਜਾਂਦੀ ਹੈ, ਉੱਥੇ ਅਸੀਂ ਡੌਬੀ ਸ਼ੈਡਿੰਗ ਯੂਜ਼ ਕਰਦੇ ਹਾਂ। ਤੇ ਡੌਬੀ ਸ਼ੈਡਿੰਗ ਕੱਪੜੇ 'ਚ ਸਮਾਲ ਫਿਗਰ ਪੈਟਰਨ ਕ੍ਰੀਏਟ ਕਰਨ ਲਈ ਯੂਜ਼ ਕੀਤੀ ਜਾਂਦੀ। ਜਿਸ ਤਰ੍ਹਾਂ ਥਰਡ ਪੁਆਇੰਟ ਹੈ, ਇਟ ਪ੍ਰੋਡਿਊਸ ਸਮਾਲ ਫਿਗਰਸ ਇਨ ਦਾ ਫੈਬਰਿਕ। ਇਸ ਡੌਬੀ ਸ਼ੈਡਿੰਗ ਦੇ ਨਾਲ ਅਸੀਂ ਕੱਪੜੇ ਦੇ ਵਿੱਚ ਸਮਾਲ ਫਿਗਰ ਪੈਟਰਨ ਕ੍ਰੀਏਟ ਕਰ ਸਕਦੇ ਹਾਂ। ਮੀਨਸ ਟੈਪਰ ਸ਼ੈਡਿੰਗ ਦੇ ਵਿੱਚ ਅਸੀਂ ਸਿੰਪਲ ਡਿਜ਼ਾਈਨ ਬਣਾ ਸਕਦੇ ਸੀ, ਜਿਸ ਤਰ੍ਹਾਂ ਪਲੇਨ, ਟਵਿਲ, ਬਟ ਵਿਦ ਦੀ ਹੈਲਪ ਆਫ ਡੌਬੀ ਸ਼ੈਡਿੰਗ ਅਸੀਂ ਕੱਪੜੇ ਦੇ ਵਿੱਚ ਫਿਗਰ ਪੈਟਰਨ ਕ੍ਰੀਏਟ ਕਰ ਸਕਦੇ ਹਾਂ, ਬਟ ਉਹ ਵੀ ਛੋਟੇ ਸਮਾਲ ਫਿਗਰ ਪੈਟਰਨ ਅਸੀਂ ਕੱਪੜੇ 'ਚ ਕ੍ਰੀਏਟ ਕਰ ਸਕਦੇ ਹਾਂ। ਨੈਕਸਟ ਹੈ ਸਕੋਪ ਆਫ ਡੌਬੀ। ਡੌਬੀ ਦਾ ਸਕੋਪ ਕੀ ਹੈ? ਇਸ ਤੋਂ ਕਹਿ ਰਿਹਾ ਹੈ, ਇਟ ਇਜ਼ ਲਿਮਿਟਡ ਬਿਟਵੀਨ ਦਾ ਟੈਪਰਡ ਐਂਡ ਜੈਕਾਰਡ। ਦੇਖੋ ਸਾਡੇ ਕੋਲ ਸ਼ੈਡਿੰਗ ਡਿਵਾਈਸ ਜਿਹੜੇ ਹੁੰਦੇ ਨੇ, ਪਹਿਲਾਂ ਤੁਹਾਨੂੰ ਦੱਸਿਆ ਕਿ ਹੈਂਡਲੂਮ ਸ਼ੈਡਿੰਗ ਹੁੰਦੀ ਹੈ, ਉਸ ਤੋਂ ਬਾਅਦ ਟੈਪਰਡ ਸ਼ੈਡਿੰਗ ਹੁੰਦੀ ਹੈ। ਟੈਪਰਡ ਸ਼ੈਡਿੰਗ ਤੋਂ ਬਾਅਦ ਸਾਡੇ ਕੋਲ ਡੌਬੀ ਸ਼ੈਡਿੰਗ ਹੈ, ਜੋ ਅਸੀਂ ਡਿਸਕਸ ਕਰ ਰਹੇ ਹਾਂ। ਇਸ ਤੋਂ ਬਾਅਦ ਜਿਹੜੀ ਨੈਕਸਟ ਸ਼ੈਡਿੰਗ ਹੈ, ਜੋ ਤੁਹਾਡੇ ਫਾਈਨਲ ਈਅਰ ਦੇ ਸਮੈਸਟਰ ਦੇ ਵਿੱਚ ਹੈ, ਉਹ ਹੈ ਜੈਕਾਰਡ ਸ਼ੈਡਿੰਗ। ਜੈਕਾਰਡ ਸ਼ੈਡਿੰਗ ਦੇ ਵਿੱਚ ਅਸੀਂ ਜਿਹੜੀ ਡੌਬੀ ਸ਼ੈਡਿੰਗ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਮਾਲ ਫਿਗਰ ਪੈਟਰਨ ਕੱਪੜੇ 'ਚ ਅਗਰ ਅਸੀਂ ਬਣਾਉਣੇ ਆ ਤਾਂ ਅਸੀਂ ਡੌਬੀ ਸ਼ੈਡਿੰਗ ਯੂਜ਼ ਕਰ ਲਾਂਗੇ। ਠੀਕ ਹੈ, ਬਟ ਅਗਰ ਅਸੀਂ ਲਾਰਜ ਫਿਗਰ ਪੈਟਰਨ ਕੱਪੜੇ 'ਚ ਬਣਾਉਣੇ ਆ ਤਾਂ ਉੱਥੇ ਅਸੀਂ ਜੈਕਾਰਡ ਸ਼ੈਡਿੰਗ ਯੂਜ਼ ਕਰਦੇ ਹਾਂ। ਸੋ ਇਹਦਾ ਜਿਹੜਾ ਡੌਬੀ ਦਾ ਜਿਹੜਾ ਸਕੋਪ ਹੈ, that is limited between the tappet and jacquard. When the number of shaft to be controlled beyond the range of tappet, ਅਗਰ ਕਿਸੇ ਡਿਜ਼ਾਈਨ ਨੂੰ ਬਣਾਉਣ ਲਈ ਨੰਬਰ ਆਫ ਸ਼ਾਫਟ ਸਾਨੂੰ ਟੈਪਰ ਸ਼ੈਡਿੰਗ ਦੀ ਰੇਂਜ ਤੋਂ ਵੱਧ ਚਾਹੀਦੀ ਹੈ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਟੈਪਰ ਸ਼ੈਡਿੰਗ ਦੇ ਵਿੱਚ ਅਸੀਂ 4 ਤੋਂ 10 ਸ਼ਾਫਟਾਂ ਯੂਜ਼ ਕਰ ਸਕਦੇ ਹਾਂ, ਬਟ ਅਗਰ ਕਿਸੇ ਡਿਜ਼ਾਈਨ ਨੂੰ ਬਣਾਉਣ ਲਈ 10 ਤੋਂ ਵੱਧ ਸ਼ਾਫਟਾਂ ਚਾਹੀਦੀਆਂ ਤਾਂ ਅਸੀਂ ਡੌਬੀ ਸ਼ੈਡਿੰਗ ਯੂਜ਼ ਕਰਾਂਗੇ। And then a machine is also known as Dobby or Witch or Wizard. ਇਸ Dobby ਮਸ਼ੀਨ ਨੂੰ ਅਸੀਂ Witch ਵੀ ਕਹਿੰਦੇ ਹਾਂ ਤੇ Wizard ਵੀ ਕਹਿੰਦੇ ਹਾਂ। Number of heel shaft can be controlled between 6 and 40. ਤੇ ਇਸ Dobby shading ਦੇ ਨਾਲ ਅਸੀਂ ਜਿਹੜੀ ਹੈ number of shaft ਅਸੀਂ ਕੰਟਰੋਲ ਕਰ ਸਕਦੇ ਹਾਂ, that is between 6 and 40 ਦੇ ਵਿੱਚ ਰੇਂਜ ਦੇ ਵਿੱਚ ਅਸੀਂ number of heel shaft ਕਿਸੇ ਵੀ ਡਿਜ਼ਾਈਨ ਨੂੰ ਬਣਾਉਣ ਲਈ ਕੰਟਰੋਲ ਕਰ ਸਕਦੇ ਹਾਂ। ਨੈਕਸਟ ਹੈ uses of Dobby. Dobby ਦੇ uses ਕੀ ਨੇ? ਕਹਿ ਰਿਹਾ ਜੀ, in cotton industry 24 shaft lever Dobby are in use.
कॉटन इंडस्ट्री दे विच 24 शाफ्ट डॉबी मेनली यूज की जाती है, बट पर्टिकुलरली 16 ते 20 शाफ्ट दी डॉबी ज़्यादा चलती है। इन वस्टेड इंडस्ट्री दे विच असी 36 जैक लीवर की डॉबी असी यूज करते हैं। ठीक है, उस तो बाद इट इज मोस्टली यूज्ड फॉर वीविंग ट्विल, साटन स्टीन एंड अदर सिंपल वीव। यह जी डॉबी है यह मोस्टली ट्विल, साटन स्टीन या अदर सिंपल वीव्स या स्मॉल पैटर्न बनाने ਲਈ ਇਹ ਵਾਲੀ यूज की जाती है। Any number of shaft within their capacity can be used with great facility and without extra cost. Any number of shaft means डॉबी ਦੀ ਰੇਂਜ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਡॉबी ਦੇ ਵਿੱਚ 6 ਤੋਂ 40 ਸ਼ਾਫਟਾਂ ਹੀਲ ਸ਼ਾਫਟ ਯੂਜ਼ ਕਰ ਸਕਦੇ ਹਾਂ। ਇਹਦੀ ਰੇਂਜ ਦੇ ਵਿੱਚ ਅਸੀਂ ਜਿੰਨੀਆਂ ਵੀ ਸ਼ਾਫਟਾਂ ਹੈਗੀਆਂ ਉਹ ਬੜੀ ਈਜ਼ੀਲੀ ਅਸੀਂ ਯੂਜ਼ ਕਰ ਸਕਦੇ ਹਾਂ ਤੇ ਵਿਦਆਊਟ ਐਨੀ ਐਕਸਟਰਾ ਕਾਸਟ। It can produce varieties of pattern with more number of healed than the tapered। ਇਹ ਜਿਹੜੀ ਡॉबी ਸ਼ੈਡਿੰਗ ਹੈ ਇਹ ਕੱਪੜੇ ਦੇ ਵਿੱਚ varieties of pattern produce ਕਰ ਸਕਦੀ ਹੈ with more number of healed than the tapered। ਇਹ ਤੁਹਾਨੂੰ ਆਲਰੇਡੀ ਦੱਸ ਹੀ ਦਿੱਤਾ ਕਿ ਡॉबी ਦੀ ਜਿਹੜੀ ਸ਼ੈਡਿੰਗ ਕਪੈਸਿਟੀ ਹੈ ਉਹ ਜ਼ਿਆਦਾ ਹੈ, ਨੰਬਰ ਆਫ ਹੀਲ ਸ਼ਾਫਟ ਅਸੀਂ ਜ਼ਿਆਦਾ ਯੂਜ਼ ਕਰ ਸਕਦੇ ਹਾਂ ਇਨ ਡॉबी ਸ਼ੈਡਿੰਗ ਦੇ ਵਿੱਚ ਐਸ ਕੰਪੇਅਰ ਟੂ ਟੈਪਰਡ ਸ਼ੈਡਿੰਗ। चेंज ऑफ पैटर्न कैन बी डन ईजिली दैन द टैपड लूम। डॉबी लूम ते अगर मान लो असी कपड़ा बनाते पे तो असी कोई पैटर्न चेंज करना है तो असी वो डॉबी ते ईजिली कर सकते हैं एज कंपेयर टू टैपड लूम विच कंज्यूम मोर टाइम टू चेंज पैटर्न ऑफ लूम। अगर यही पैटर्न अगर असी टैपड लूम ते चेंज करना है तो वो की है ज़्यादा टाइम कंज्यूमिंग है ਤੇ ਥੋੜਾ ਤੇ ਇਹਦੇ ਨਾਲ ਕੀ ਹੈ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਹੈ, ਪਰ ਡॉबी ਤੇ ਅਸੀਂ ਅਗਰ ਚੇਂਜ ਆਫ ਪੈਟਰਨ ਕਰਨਾ ਤਾਂ ਅਸੀਂ ਈਜ਼ੀਲੀ ਕਰ ਸਕਦੇ ਹਾਂ। ਨੈਕਸਟ ਹੈ ਕਲਾਸੀਫਿਕੇਸ਼ਨ ਆਫ ਡॉबीज ਮੀਨਸ ਡॉबीज ਦੀ ਕਿਹੜੀ ਕਿਹੜੀ ਕਲਾਸੀਫਿਕੇਸ਼ਨ ਹੈਗੀਆਂ, ਕਿਹੜੀ ਕਿਹੜੀ ਉਹਦੀ ਟਾਈਪਸ ਹੈਗੀਆਂ। ਇਹ ਤੁਸੀਂ ਜਿਸ ਤਰ੍ਹਾਂ ਚਾਰਟ ਦੇ ਵਿੱਚ ਦੇਖ ਸਕਦੇ ਹੋ डॉबीज ਇੱਥੋਂ ਕਲਾਸੀਫਿਕੇਸ਼ਨ ਸ਼ੁਰੂ ਹੋਈ ਹੈ। ਪਹਿਲਾ ਹੈ ਅਕੋਰਡਿੰਗ ਟੂ ਟਾਈਪ ਆਫ ਲਿਫਟ। ਟਾਈਪ ਆਫ ਲਿਫਟ ਦੇ ਬੇਸ ਤੇ ਇਹਨੂੰ ਫਰਦਰ ਦੋ ਕਲਾਸੀਫਾਈ ਕੀਤਾ ਗਿਆ, ਸਿੰਗਲ ਲਿਫਟ डॉबी ਤੇ ਡਬਲ ਲਿਫਟ डॉबी। ਸੈਕਿੰਡ ਹੈ ਕਲਾਸੀਫਿਕੇਸ਼ਨ ਡਰਾਈਵਿੰਗ ਆਫ ਹੀਲ ਸ਼ਾਫਟ। ਇਸ ਦੇ ਬੇਸ ਤੇ ਇਸ ਨੂੰ ਫਰਦਰ ਦੋ ਕਲਾਸੀਫਾਈ ਕੀਤਾ ਗਿਆ, ਪੋਜ਼ਿਟਿਵ डॉबी ਤੇ ਨੈਗੇਟਿਵ डॉबी। ਥਰਡ ਹੈ ਪੋਜੀਸ਼ਨ ਆਫ ਹੀਲ ਸ਼ਾਫਟ। ਹੀਲ ਸ਼ਾਫਟ ਦੀ ਪੋਜੀਸ਼ਨ ਦੇ ਬੇਸ ਤੇ ਇਸ ਨੂੰ ਕਲਾਸੀਫਾਈ ਕੀਤਾ ਗਿਆ, ਦੈਟ ਇਜ਼ ਯੋਰ ਹੌਰੀਜ਼ੌਂਟਲ डॉबी ਔਰ ਵਰਟੀਕਲ डॉबी। ਐਂਡ ਹੈ ਟਾਈਪ ਆਫ ਸ਼ੈਡ ਫਾਰਮ। डॉबी ਤੇ किस तरह ਦਾ ਸ਼ੈਡ ਫਾਰਮ ਕਰਦਾ ਉਸ ਦੇ ਬੇਸ ਤੇ ਇਹਨੂੰ ਫਰਦਰ ਕਲਾਸੀਫਾਈ ਕੀਤਾ ਗਿਆ। ਉਹ ਚ ਹੈਗੀ ਹੈ ਤੁਹਾਡੀ ਸੈਂਟਰ ਸ਼ੈਡ डॉबी ਤੇ ਓਪਨ ਸ਼ੈਡ डॉबी। ਸੈਂਟਰ ਸ਼ੈਡ डॉबी ਕਿਹੜੀ ਹੈ ਸਾਡੇ ਕੋਲ ਬਲੈਕ ਬਨ डॉबी ਤੇ ਓਪਨ ਸ਼ੈਡ डॉबी ਸਾਡੇ ਕੋਲ ਕਿਹੜੀ ਕਿਹੜੀਆਂ ਨੇ ਕੇਗਲੇ डॉबी, ਕਲਾਈਮੈਕਸ डॉबी, ਨੌਲ ਚੇਨ डॉबी ਤੇ ਕ੍ਰਾਸ ਬਾਰਡਰ डॉबी। ਸੋ ਇਹ ਸਾਡੀ ਹੈ डॉबी ਦੀ ਕਲਾਸੀਫਿਕੇਸ਼ਨਸ ਕਿ डॉबी ਨੂੰ ਅਸੀਂ ਕਲਾਸੀਫਾਈ ਕੀਤਾ ਗਿਆ ਅਕੋਰਡਿੰਗ ਟੂ ਟਾਈਪ ਆਫ ਲਿਫਟ, ਅਕੋਰਡਿੰਗ ਟੂ ਡਰਾਈਵਿੰਗ ਆਫ ਹੀਲ ਸ਼ਾਫਟ, according to position of heel shaft and type of shed form। ਇਸ ਦੇ ਬੇਸ ਤੇ ਅਸੀਂ डॉबी ਨੂੰ ਅਲੱਗ-ਅਲੱਗ ਕੈਟਾਗਰੀ ਚ ਕਲਾਸੀਫਾਈ ਕੀਤਾ ਹੈ। ਸਭ ਤੋਂ ਪਹਿਲੇ ਅਸੀਂ ਪੜਾਂਗੇ ਸਿੰਗਲ ਲਿਫਟ डॉबी। ਸਿੰਗਲ ਲਿਫਟ डॉबी ਕੀ ਹੁੰਦੀ ਹੈ? ਉਹ ਪਹਿਲਾ ਪੁਆਇੰਟ ਕਹਿ ਰਿਹਾ ਇਟ ਇਜ਼ ਆਲਮੋਸਟ ਆਊਟ ਆਫ ਯੂਜ਼ ਇਨ ਦਾ ਕਾਟਨ ਇੰਡਸਟਰੀ। ਇਹ ਜਿਹੜੀ ਸਿੰਗਲ ਲਿਫਟ डॉबी ਹੈ ਇਹ ਹੁਣ ਕਾਟਨ ਇੰਡਸਟਰੀ ਦੇ ਵਿੱਚ ਬਿਲਕੁਲ ਵੀ ਯੂਜ਼ ਨਹੀਂ ਹੁੰਦੀ, ਆਲਮੋਸਟ ਆਊਟ ਆਫ ਯੂਜ਼ ਹੋ ਗਈ ਹੈ। But it is generally used in silk, rayon and other gauze fabric in slow loom and hand loom। But ਇਹ ਜਿਹੜੀ single lift डॉबी ਹੈ ਇਹ silk weaving ਵਾਸਤੇ, rayon weaving ਵਾਸਤੇ ਤੇ other gauze fabric ਹੁੰਦੇ ਨੇ, open fabric ਹੁੰਦੇ ਨੇ, ਉਹਨਾਂ ਵਾਸਤੇ ਇਹ ਯੂਜ਼ ਕੀਤੀ ਜਾਂਦੀ ਹੈ on the slow loom and the hand loom ਤੇ। Beating up of weft is performed in a close shed। ਇਹ ਜਿਹੜੀ single lift डॉबी ਹੈ ਇਹ ਚ ਜਿਹੜੀ ਵੈਫਟ ਦੀ ਜਿਹੜੀ ਬੀਟਿੰਗ ਹੁੰਦੀ ਹੈ ਉਹ ਕਲੋਜ਼ ਸ਼ੈਡ ਦੇ ਵਿੱਚ ਹੁੰਦੀ ਹੈ। ਇਹ ਦੇਖੋ ਦਿਸ ਇਜ਼ ਯੋਰ ਸ਼ੈਡ, ਇਹ ਤੁਹਾਡਾ ਸ਼ੈਡ ਓਪਨ ਹੈ ਇਸ ਟਾਈਮ ਤੇ ਬੀਟਿੰਗ ਕਦੋਂ ਹੋਏਗੀ? ਵੈਫਟ ਇਹਦੇ ਵਿੱਚ ਇਨਸਰਟ ਹੋ ਗਿਆ ਇਸ ਪੋਜੀਸ਼ਨ ਤੇ ਜਦੋਂ ਦੋਨੇ ਧਾਗੇ ਆਪਸ ਚ ਲੈਵਲ ਹੋ ਜਾਣਗੇ ਫਿਰ ਆ ਕੇ ਅੱਗੇ ਰੀਡ ਵਜੇਗੀ, ਫਿਰ ਸਾਡਾ ਬੀਟ ਅਪ ਕਰੇਗੀ। ਠੀਕ ਹੈ, ਕਲੋਜ਼ ਮੀਨਸ ਵਾਰਪ ਦੇ ਥ੍ਰੈਡ ਦੀ ਟੌਪ ਲੇਅਰ ਤੇ ਵਾਰਪ ਦੇ ਥ੍ਰੈਡ ਦੀ ਬਾਟਮ ਲੇਅਰ ਦੋਨੋਂ ਆ ਕੇ ਜਦੋਂ ਲੈਵਲ ਹੋ ਜਾਣਗੀਆਂ ਉਸ ਤੋਂ ਬਾਅਦ ਰੀਡ ਆ ਕੇ ਬੀਟ ਕਰਦੀ ਹੈ। ਇਸ ਤਰ੍ਹਾਂ ਦੇ ਸ਼ੈਡ ਨੂੰ ਅਸੀਂ ਕਹਿੰਦੇ ਆ ਕਲੋਜ਼ ਸ਼ੈਡ। ਐਂਡ ਇਸ ਤਰ੍ਹਾਂ ਦਾ ਜਿਹੜਾ ਸ਼ੈਡ ਹੈ that is highly essential for silk weaving to avoid friction of warp। ਇਸ ਤਰ੍ਹਾਂ ਦਾ ਜਿਹੜਾ ਕਲੋਜ਼ ਸ਼ੈਡ ਹੈ ਉਹ ਸਿਲਕ ਵੀਵਿੰਗ ਲਈ ਬਹੁਤ ਇੰਪੋਰਟੈਂਟ ਹੈ in order to avoid the friction of warp। ਇਹਦੇ ਨਾਲ ਕੀ ਹੈ ਜਿਹੜਾ ਵਾਰਪ ਤੇ ਜਿਹੜਾ ਜਦੋਂ ਰੀਡ ਬੀਟ ਅਪ ਕਰਦੀ ਹੈ ਤਾਂ ਵਾਰਪ ਤੇ ਫ੍ਰਿਕਸ਼ਨ
ਘੱਟ ਆਂਦਾ ਹੈ, ਫ੍ਰਿਕਸ਼ਨ ਮੀਨਸ ਰਗੜ ਘੱਟ ਆਂਦੀ ਹੈ, ਜਿਸ ਕਰਕੇ ਇਹ ਵਾਲਾ ਜਿਹੜਾ ਕਲੋਜ਼ ਸ਼ੈਡ ਹੈ ਇਹ ਸਿਲਕ ਵੀਵਿੰਗ ਵਾਸਤੇ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਤੇ ਇਹ ਜਿਹੜਾ ਕਲੋਜ਼ ਸ਼ੈਡ ਹੈ ਇਹ ਸਿੰਗਲ ਲਿਫਟ ਡੌਬੀ ਤੇ ਹੀ ਬਣਦਾ ਹੈ, ਜੋ ਕਿ ਕਾਟਨ ਇੰਡਸਟਰੀ ਵਿੱਚ ਯੂਜ਼ ਨਹੀਂ ਹੁੰਦੀ, ਬਟ ਇਹ ਸਿਲਕ, ਰੇਯਨ ਤੇ ਗੌਸ ਫੈਬਰਿਕ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਅੱਗੇ ਹੈ ਕਰੈਕਟਰਿਸਟਿਕਸ ਆਫ ਸਿੰਗਲ ਲਿਫਟ ਡੌਬੀ। ਸਿੰਗਲ ਲਿਫਟ ਡੌਬੀ ਦੀ ਕਰੈਕਟਰਿਸਟਿਕਸ ਕੀ ਹੈ, ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਤਾ ਕਿ ਇਹ ਜਿਹੜਾ ਸਿੰਗਲ ਲਿਫਟ ਡੌਬੀ ਹੈ ਬਾਟਮ ਕਲੋਜ਼ ਸ਼ੈਡ ਫਾਰਮ ਕਰਦੀ ਹੈ, ਠੀਕ ਹੈ। beat up is done in a closed shed, ਉਹ ਤੁਹਾਨੂੰ ਲਾਸਟ ਮੈਂ ਦੱਸ ਹੀ ਦਿੱਤਾ ਹੈ, which is highly essential for silk weaving, ਜੋ ਕਿ ਇਹ ਬਾਟਮ ਕਲੋਜ਼ ਸ਼ੈਡ ਹੈ ਜਿਸ ਚ ਵੈਫਟ ਦੀ ਬੀਟਿੰਗ ਕੀਤੀ ਜਾਂਦੀ ਹੈ ਇਨ ਕਲੋਜ਼ ਸ਼ੈਡ ਦੇ ਵਿੱਚ, ਜੋ ਕਿ ਸਿਲਕ ਵੀਵਿੰਗ ਵਾਸਤੇ ਬਹੁਤ ਜ਼ਰੂਰੀ ਹੈ ਟੂ ਅਪੀਅਰ ਬੈਟਰ ਐਂਡ ਲੁੱਕ ਗਲੋਸੀ, ਤਾਂ ਕਿ ਉਹ ਜਿਹੜਾ ਸਿਲਕ ਦਾ ਫੈਬਰਿਕ ਹੈ ਉਹਦੀ ਚਮਕ ਸਾਨੂੰ ਬੜੀ ਅੱਛੀ ਮਿਲ ਸਕੇ। each hook of this dobby control a single heat, ਇਸ ਡੌਬੀ ਦੀ ਸਿੰਗਲ ਹੁੱਕ, ਇਸ ਡੌਬੀ ਦੇ ਵਿੱਚ ਹੁੱਕਸ ਹੁੰਦੀਆਂ, ਜਦੋਂ ਅਸੀਂ ਫਰਦਰ ਇਸ ਮਸ਼ੀਨ ਬਾਰੇ ਪੜਾਂਗੇ ਫਰਦਰ ਤਾਂ ਤੁਹਾਨੂੰ ਉੱਥੇ ਕਲੀਅਰ ਹੋ ਜਾਏਗਾ ਕਿ ਹੁੱਕਸ ਕੀ ਹੈ, ਨੀਡਲਸ ਕੀ ਹੈ। ਤਾਂ ਇਸ ਡੌਬੀ ਦੇ ਵਿੱਚ ਹੁੱਕਸ ਹੁੰਦੀਆਂ, ਉਹ ਕਹਿੰਦਾ ਪਿਆ ਈਚ ਹੁੱਕ ਆਫ ਦਿਸ ਡੌਬੀ ਕੰਟਰੋਲ ਏ ਸਿੰਗਲ ਹੀਲਡ, ਇੱਕ ਹੁੱਕ ਡੌਬੀ ਦੀ ਇੱਕ ਹੀਲ ਸ਼ਾਫਟ ਨੂੰ ਕੰਟਰੋਲ ਕਰਦੀ ਹੈ। ਸਿਲੈਕਸ਼ਨ ਆਫ ਹੁੱਕਸ ਫॉर ਲਿਫਟਿੰਗ ਏ ਗਿਵਨ ਹੀਲ ਟੇਕ ਪਲੇਸ ਵਨਸ ਫॉर ਐਵਰੀ ਪਿਕ, ਜਿਹੜੀਆਂ ਹੁੱਕ ਦੀ ਜਿਹੜੀ ਸਿਲੈਕਸ਼ਨ ਹੈ ਫॉर ਲਿਫਟਿੰਗ ਏ ਗਿਵਨ ਹੀਲਡ, ਇੱਕ ਹੀਲ ਸ਼ਾਫਟ ਨੂੰ ਲਿਫਟ ਕਰਨ ਲਈ ਜਿਹੜੀ ਹੁੱਕ ਦੀ ਜਿਹੜੀ ਸਿਲੈਕਸ਼ਨ ਹੈ ਉਹ ਹਰ ਇੱਕ ਪਿਕ ਤੇ ਹੁੰਦੀ ਹੈ। ਜਿੰਨੀਆਂ ਪਿਕਸ ਪੈਣਗੀਆਂ ਹਰ ਇੱਕ ਪਿਕ ਤੇ ਹੁੱਕਸ ਦੀ ਸਿਲੈਕਸ਼ਨ ਹੋਏਗੀ ਫॉर ਦੀ ਲਿਫਟਿੰਗ ਆਫ ਹੀਲ ਸ਼ਾਫਟ। ਅਗਲਾ ਪੁਆਇੰਟ ਉਹ ਕਹਿ ਰਿਹਾ ਐਂਡ ਇਟ ਇਜ਼ ਡਰਿਵਨ ਫਰੋਮ ਕ੍ਰੈਂਕ ਸ਼ਾਫਟ ਆਫ ਦਾ ਲੂਮ, ਤੇ ਇਸ ਨੂੰ ਜਿਹੜੀ ਸਿੰਗਲ ਲਿਫਟ ਡੌਬੀ ਨੂੰ ਜਿਹੜੀ ਮੋਸ਼ਨ ਮਿਲਦੀ ਹੈ ਦੈਟ ਇਜ਼ ਫਰੋਮ ਦਾ ਕ੍ਰੈਂਕ ਸ਼ਾਫਟ ਆਫ ਦਾ ਲੂਮ। ਨੈਕਸਟ ਹੈ ਡਿਫੈਕਟ ਆਫ ਸਿੰਗਲ ਲਿਫਟ ਡੌਬੀ। ਸਿੰਗਲ ਲਿਫਟ ਡੌਬੀ ਦੇ ਡਿਫੈਕਟ ਕੀ ਨੇ? ਇਹਦਾ ਪਹਿਲਾ ਡਿਫੈਕਟ ਹੈ ਇਟ ਪੁੱਟ ਹਾਈ ਸਟ੍ਰੇਨ ਔਨ ਦਾ ਵਾਰਪ ਥ੍ਰੈਡ। ਅਗਰ ਅਸੀਂ ਸਿੰਗਲ ਲਿਫਟ ਡੌਬੀ ਦਾ ਕੱਪੜਾ ਬਣਾ ਰਹੇ ਹਾਂ ਤਾਂ ਉਸ ਦੇ ਨਾਲ ਕੀ ਹੈ, ਜਿਹੜੇ ਵਾਰਪ ਧਾਗੇ ਤੇ ਉਹਨਾਂ ਤੇ ਟੈਂਸ਼ਨ ਸਟ੍ਰੇਨ ਜ਼ਿਆਦਾ ਆਉਂਦਾ ਹੈ, ਜਿਸ ਕਰਕੇ ਦੇਰ ਮੇ ਵੀ ਚਾਂਸਸ ਕਿ ਵਾਰਪ ਦਾ ਧਾਗਾ ਬਾਰ-ਬਾਰ ਟੁੱਟੇ। ਉੱਤੋਂ ਤੁਹਾਨੂੰ ਦੱਸਿਆ ਕਿ ਇਸ ਸਿੰਗਲ ਲਿਫਟ ਡੌਬੀ ਮੇਨਲੀ ਪ੍ਰੈਫਰ ਕੀਤੀ ਜਾਂਦੀ ਹੈ ਸਿਲਕ ਵੀਵਿੰਗ ਵਾਸਤੇ, ਤਾਂ ਸਿਲਕ ਦਾ ਧਾਗਾ ਅਸੀਂ ਐਜ਼ ਏ ਵਾਰਪ ਯੂਜ਼ ਕਰਦੇ ਹਾਂ। ਅਗਰ ਉਸ ਤੇ ਟੈਂਸ਼ਨ ਜ਼ਿਆਦਾ ਹੋਏਗੀ ਤਾਂ ਉਹ ਵਾਲਾ ਸਿਲਕ ਦਾ ਧਾਗਾ ਮਸ਼ੀਨ ਤੇ ਬਾਰ-ਬਾਰ ਟੁੱਟੇਗਾ। ਬਟ ਇਸ ਕਰਕੇ ਅਸੀਂ ਇੱਥੇ ਇਹ ਜਿਹੜੀ ਇਹਦੀ ਥੋੜੀ ਪ੍ਰੋਬਲਮ ਹੈ ਕਿ ਸਿੰਗਲ ਲਿਫਟ ਡੌਬੀ ਦਾ ਕਿ ਹਾਈ ਸਟ੍ਰੇਨ ਔਨ ਵਾਰਪ ਥ੍ਰੈਡ ਤੇ ਟੈਂਸ਼ਨ ਜ਼ਿਆਦਾ ਆਉਂਦੀ ਹੈ। ਸਪੀਡ ਆਫ ਲੂਮ ਇਜ਼ ਲੋ। ਸਿੰਗਲ ਲਿਫਟ ਡੌਬੀ ਦੀ ਕਿਉਂਕਿ ਮੋਸਟਲੀ ਹੈਂਡਲੂਮ ਤੇ ਯੂਜ਼ ਕੀਤੀ ਜਾਂਦੀ ਹੈ, ਉੱਥੇ ਸਾਰਾ ਕੰਮ ਹੱਥ ਦੇ ਨਾਲ ਮੈਨੂਅਲੀ ਕੀਤਾ ਜਾਂਦਾ ਹੈ, ਇਸ ਕਰਕੇ ਸਪੀਡ ਆਫ ਲੂਮ ਇਜ਼ ਲੋ as more time required for close and open shed, so shed open ਤੇ close ਕਰਨ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਇਹ ਤੁਹਾਨੂੰ ਦੱਸ ਹੀ ਦਿੱਤਾ ਇੱਥੇ ਸਪੀਡ ਆਫ ਲੂਮ ਇਜ਼ ਲੋ। ਹਾਈ ਪਾਵਰ ਕੰਜ਼ੰਪਸ਼ਨ, ਅਗਰ ਇਸ ਤੇ ਅਸੀਂ ਪਾਵਰ ਲਗਾ ਦਈਏ ਇਸ ਸਿੰਗਲ ਲਿਫਟ ਡੌਬੀ ਤੇ, ਆਹੀ ਮੋਸਟਲੀ ਕਿਹਾ ਕਿ ਸਿੰਗਲ ਲਿਫਟ ਡੌਬੀ ਮੋਸਟਲੀ ਹੈਂਡਲੂਮ ਤੇ ਯੂਜ਼ ਕੀਤੀ ਜਾਂਦੀ ਹੈ, ਅਗਰ ਇਸ ਦੇ ਨਾਲ ਅਸੀਂ ਪਾਵਰ ਅਰੇਂਜਮੈਂਟ ਵੀ ਲਗਾ ਦਈਏ ਤਾਂ ਇਹ ਜਿਹੜੀ ਮਸ਼ੀਨ ਹੈ ਸਿੰਗਲ ਲਿਫਟ ਡੌਬੀ ਪਾਵਰ ਜ਼ਿਆਦਾ ਕੰਜ਼ਿਊਮ ਕਰੇਗੀ। ਐਂਡ ਹਾਈ ਵੇਅਰ ਐਂਡ ਟੇਅਰ ਆਫ ਦਾ ਮੂਵਿੰਗ ਪਾਰਟਸ, ਉਸ ਦੇ ਨਾਲ ਕੀ ਹੈ ਜਿਹੜੇ ਸਾਡੇ ਮਸ਼ੀਨ ਦੇ ਜਿਹੜੇ ਹੈਂਡਲੂਮ ਦੇ ਪਾਰਟਸ ਨੇ ਉਹਨਾਂ ਦਾ ਵੇਅਰ ਐਂਡ ਟੇਅਰ ਮੀਨਸ ਆਪਸ ਚ ਰਗੜ ਜ਼ਿਆਦਾ ਖਾਣਗੇ ਤੇ ਉਹਨਾਂ ਦੇ ਬ੍ਰੇਕਡਾਊਨ ਦੇ ਵਿੱਚ ਚਾਂਸਸ ਵੱਧ ਜਾਂਦੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਹੈ ਵਾਲਾ ਡੌਬੀ ਤੇ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ।